लेप्रोसी यानी कि कुष्ठ रोग जे किसी ਨੂੰ ਹੋ ਜਾਂਦਾ ਹੈ ਤਾਂ ਲੋਕ ਉਸ ਤੋਂ ਦੂਰੀ ਬਣਾ ਲੈਂਦੇ ਨੇ। ਪਰ 71 ਸਾਲ ਦੇ ਸਮਾਜ ਸੇਵੀ ਪ੍ਰੇਮ ਸਿੰਘ ਨੇ ਹੁਣ ਤੱਕ 1000 ਤੋਂ ਜ਼ਿਆਦਾ लेप्रोसी पेशेंट्स ਦਾ ਇਲਾਜ ਕਰਵਾਇਆ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋविंद ਨੇ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਵਾਜ਼ਿਆ ਹੈ। ਬਹੁਤ ਸਾਰੇ ਸੈਕਰੀਫਾਈਸਿਸ ਉਹਨਾਂ ਵੱਲੋਂ ਕੀਤੇ ਵੀ ਗਏ ਨੇ। ਸਾਡੇ ਨਾਲ 71 ਸਾਲ ਦੇ ਪ੍ਰੇਮ ਸਿੰਘ ਨੇ ਜਿਹੜੇ 32 ਸਾਲ ਤੋਂ ਸਮਾਜ ਸੇਵਾ ਕਰ ਰਹੇ ਨੇ। प्रेम सिंह जी पहले तो बहुत बहुत बधाई, थोनू नवाजिया गया पद्म श्री दे नाल। धन्यवाद जी, धन्यवाद। 32 साल तो तुसी समाज सेवा कर रहे हो, तुसी क्यों सोचा कि तुहानू कुछ रोगियां दा इलाज करवाना चाहिए है? पहला मैं हस्पतालों के विच मरीजों की मदद करन जांदा सी, उन्हां दे कोई टैसट कराने, PGI कराने। पहला मैं मेरा पिंड रोपड़ दे कोल आ, उत्थे मैं काम करदा रहा। फिर PGI दे विच मैनूं सारे लोग जाण लग गए सी ਤੇ ਉੱਥੇ ਮੈਂ ਉਹਨਾਂ ਦੇ ਟੈਸਟ ਕਰਾਉਣੇ, ਕੋਈ ਉਹਨਾਂ ਨੂੰ ਕੋਈ ਹੋਰ ਜ਼ਰੂਰਤ ਪੈ ਗਈ ਜਾਂ ਉਹਨਾਂ ਦਾ ਸਾਰਾ ਅਰੇਂਜਮੈਂਟ ਕਰ ਦਿੰਦਾ ਸੀ। ਉਹਨਾਂ ਨੂੰ ਕੋਈ ਕਮਰਾ, ਕਈ ਵਾਰ ਕਮਰਾ ਲੈਣਾ, ਇਹ ਇਸ ਤਰ੍ਹਾਂ ਦੇ ਅਰੇਂਜਮੈਂਟ ਕਰਦਾ ਰਿਹਾ। ਅਤੇ ਇਹ ਜੋ ਧਾਰਨ, ਇਹ ਜੋ ਮੈਨੂੰ ਪ੍ਰੇਰਨਾ ਮਿਲੀ, ਇਹ ਮੇਰੇ ਗ੍ਰੈਂਡਫਾਦਰ ਸ਼੍ਰੀ ਰੇਲੂ ਰਾਮ ਜੀ ਤੋਂ ਮਿਲੀ ਸੀ। ਉਹਨਾਂ ਨੇ ਕਿਹਾ ਗਰੀਬ ਔਰ ਬਿਮਾਰ ਲੋਕ ਦੁਨੀਆ 'ਚ ਇਗਨੋਰ ਕਰ ਦਿੱਤੇ ਜਾਂਦੇ ਹਨ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਜਦੋਂ ਬਿਮਾਰ ਹੋ ਜਾਂਦਾ ਹੈ ਹਰ ਕੋਈ ਉਹਨਾਂ ਨੂੰ ਛੱਡ ਜਾਂਦਾ ਹੈ। ਤਾਂ ਪਹਿਲਾਂ ਬਿਮਾਰਾਂ ਲਈ ਕੰਮ ਕਰਦਾ ਸੀ। ਅਤੇ ਉਸ ਤੋਂ ਬਾਅਦ ਜਦੋਂ ਮੈਂ ਇੱਕ ਵਾਰ ਕੁਸ਼ਟ ਰੋਗੀਆਂ ਦੀ ਕਲੋਨੀ ਜਾ ਕੇ ਦੇਖਿਆ, ਉਹਨਾਂ ਨੂੰ ਦੇਖਿਆ ਉਹਨਾਂ ਦੇ ਹੱਥ ਨਹੀਂ, ਉਹਨਾਂ ਦੇ ਪੈਰ ਨਹੀਂ, ਉਹ ਬਦਤਰ ਜ਼ਿੰਦਗੀ ਜੀ ਰਹੇ ਸੀ। ਫਿਰ ਮੈਂ ਆਪਣੇ ਦਾਦਾ ਸ਼੍ਰੀ ਤੋਂ ਪੁੱਛਿਆ ਵੀ ਇਹਨਾਂ ਲਈ ਕੰਮ ਕਰਨਾ ਚਾਹੀਦਾ। ਕਹਿੰਦੇ ਇਹ ਤਾਂ ਬਹੁਤ ਵਧੀਆ ਕੰਮ ਹੈ। ਫਿਰ ਮੈਂ ਇਸ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦੇ 29 ਕੁਛ ਆਸ਼ਰਮ ਹਨ ਅਤੇ ਉਹਨਾਂ 'ਚ ਕਿਸੇ ਨੂੰ ਵੀ ਕੋਈ ਸਮੱਸਿਆ ਹੁੰਦੀ ਸੀ, ਉਹ ਸਾਨੂੰ ਚਿੱਠੀ ਲਿਖ ਦਿੰਦੇ ਸੀ। ਅਸੀਂ ਉਹਨਾਂ ਦੀ ਸਾਰੀ ਸਮੱਸਿਆ ਐਡਮਿਨਿਸਟ੍ਰੇਸ਼ਨ ਕੋਲੋਂ ਖੁਦ ਦੂਰ ਕਰਾਉਂਦੇ ਸੀ। ਜਦੋਂ ਕੋਈ ਫਾਈਨੈਂਸ਼ੀਅਲ ਸਮੱਸਿਆ ਹੁੰਦੀ ਸੀ, ਕਿਉਂਕਿ ਫਾਈਨੈਂਸ਼ੀਅਲ ਸਮੱਸਿਆ 'ਚ ਮੈਂ ਕਦੇ ਪੈਸੇ ਨਹੀਂ ਲਏ, ਨਾ ਹੀ ਮੈਂ ਸਰਕਾਰ ਤੋਂ ਪੈਸੇ ਲਏ, ਨਾ ਮੈਂ ਕਿਸੇ NGO ਤੋਂ ਪੈਸੇ ਲਏ, ਅਤੇ ਨਾ ਮੈਨੂੰ ਕਿਸੇ ਨੇ ਪੈਸੇ ਦਿੱਤੇ। ਅਤੇ ਜਦੋਂ ਵੀ ਉਹਨਾਂ ਨੂੰ ਲੋੜ ਪੈਂਦੀ ਸੀ, ਜਿਸ ਤਰ੍ਹਾਂ ਦੀ ਵੀ ਲੋੜ ਪੈਂਦੀ ਸੀ, ਉਹ ਕੰਮ ਹੋ ਜਾਂਦਾ ਸੀ। ਦੱਸਿਆ ਜਾ ਰਿਹਾ ਕਿ 1000 ਤੋਂ ਜ਼ਿਆਦਾ ਜਿਹੜੇ ਕੁਛ ਰੋਗੀ ਆ ਉਹਨਾਂ ਤੋਂ ਤੁਸੀਂ ਇਲਾਜ ਕਰਵਾਇਆ। ਇਹ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਨੇ, ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਕੰਟੈਕਟ ਦੇ ਵਿੱਚ ਹੈ? 29 ਕੁਸ਼ਟ ਆਸ਼ਰਮ ਪੰਜਾਬ ਦੇ ਵਿੱਚ, ਅਤੇ ਉਹਨਾਂ ਦੇ ਵਿੱਚ ਜਿੰਨੇ ਕੁਸ਼ਟ ਆਸ਼ਰਮ ਵਾਲੇ ਆ, ਅਤੇ ਸਭ ਦੇ ਲਈ ਮੈਂ ਕੰਮ ਕਰਦਾ ਸੀ। ਜਿਸ ਤਰ੍ਹਾਂ ਕਿਸੇ ਦੇ ਘਰ ਢਹਿ ਗਏ, ਕਿਸੇ ਨੇ ਕੋਈ ਜ਼ਿਆਦਤੀ ਹੋ ਗਈ, ਜਾਂ ਉਹਨਾਂ ਨੂੰ ਦਵਾਈ ਨਹੀਂ ਮਿਲ ਰਹੀ, ਜਾਂ ਕੋਈ ਵੀ ਪ੍ਰੋਬਲਮ, ਉਹ ਸਾਡੇ ਕੋਲ ਪ੍ਰੋਬਲਮ ਲਿਖਦੇ। ਸਾਡੇ ਪਾਸ ਸਾਰੇ ਲੈਟਰ ਹੈਗੇ ਉਹਨਾਂ ਦੇ, ਉਹ ਲੈਟਰ ਆਉਂਦੇ ਸੀ, ਅਸੀਂ ਟੇਕਅਪ ਕਰ ਜਾਂਦੇ ਸੀ। ਟੇਕਅਪ ਕਰਕੇ ਉਹਨਾਂ ਦੀ ਸਮੱਸਿਆ ਹੱਲ। ਸਭ ਤੋਂ ਜ਼ਿਆਦਾ ਸਮੱਸਿਆ ਇਹ ਹੈ ਕਿ ਉਹਨਾਂ ਦੇ ਲੇਡੀਜ਼ ਦੇ ਹੱਥ ਪੈਰ ਨਹੀਂ, ਕਿਉਂਕਿ ਉਹ ਦੱਸਣਾ ਨਹੀਂ ਚਾਹੁੰਦੀਆਂ ਸੀ ਕਿ ਉਹਨਾਂ ਨੂੰ ਕੋੜ ਹੋ ਗਿਆ, ਅਤੇ ਇਸ ਕਰਕੇ ਉਹ ਅੰਦਰ ਪੈਰੀਫਰੀ ਨਰਵ 'ਤੇ ਅਟੈਕ ਹੋ ਕੇ ਉਹਨਾਂ ਦੇ ਹੱਥ ਪੈਰ ਨਹੀਂ ਰਹੇ, ਅਤੇ ਇਸ ਕਰਕੇ ਉਹ ਡਿਸੇਬਲਡ ਹੋ ਚੁੱਕੇ ਹਨ। ਮਲਟੀਪਲ ਡਿਸੇਬਿਲਿਟੀ ਹੁੰਦੀ ਕੁਸ਼ਟ ਰੋਗੀਆਂ ਨੂੰ, ਅਤੇ ਇਸ ਤਰ੍ਹਾਂ ਚਾਹੀਦਾ। ਅਸੀਂ ਬਹੁਤ ਰਿਕੁਐਸਟ ਕੀਤੀ ਹੈ ਕੁਸ਼ਟ ਨਿਵਾਰਣ ਸੰਘ ਨੂੰ, ਕਈ ਜਗ੍ਹਾ 'ਤੇ ਖਾਣਾ ਮਿਲਦਾ, ਦਿੰਦੇ ਉਹ ਖਾਣਾ, ਅਤੇ ਬਾਕੀ ਸਾਰੀਆਂ ਜਿਹੜੀਆਂ ਕੁਸ਼ਟ ਆਸ਼ਰਮ ਹੈ ਸਾਰਿਆਂ ਨੂੰ ਖਾਣਾ ਦੇ ਦਿੱਤਾ ਜਾਵੇ ਤਾਂ ਉਹ ਮੰਗਣ ਨਾ, ਅਤੇ ਆਪਣਾ ਸ਼ਾਨ ਦੀ ਜ਼ਿੰਦਗੀ ਰਹਿਣ। अच्छा, शांति जिंदगी की गल तुसी करदे हो, तुसी क्या कि मैं कदे किसी तो पैसे नहीं मंगे। यही कारण है कि तुहानूं दसी कि प्रेम सिंह जी ने अपना जिहड़ा पुश्तैनी घर सीगा वो बेच दिता उन्हां रोगियां दे इलाज दे लई। नाल ही गहने जिहड़े ने अपनी पत्नी दे वो सारे बेच दिते। हालांकि सैक्टर 71 यानी कि मोहाली दे विच भी उन्हां दा घर सी, उन्हां वल्लों वो भी बेच दिता गया ते खरड़ दे एक घर दे विच शिफ्ट हो गए ने, जिथे असीं हुण फिलहाल रह रहे हैं। यानी कि बहुत सारा कुछ खोया भी है तुसी इस समाज सेवा ਲਈ। ਬਿਲਕੁਲ ਜੀ, ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ, ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੁਰਬਾਨੀ ਦਾ ਜਜ਼ਬਾ ਪੈਦਾ ਕੀਤਾ। ਇੱਕ ਵਾਰ ਇਸ ਤਰ੍ਹਾਂ ਹੀ ਇੱਕ ਮਲੋਟ ਦੇ ਕੁਸ਼ਟ ਆਸ਼ਰਮ ਦਾ ਫੋਨ ਆ ਗਿਆ ਸੀ ਕਿ ਬਿਜਲੀ ਦੀਆਂ ਪਾਣੀ ਵਾਲੀਆਂ ਮੋਟਰ, ਮੈਂ ਬਿਜਲੀ ਦਾ ਬਿੱਲ ਦੇਣ ਚੱਲਿਆ ਸੀ, ਅਤੇ ਮੈਂ ਕਿਹਾ ਮੈਂ ਤੁਹਾਨੂੰ 2-3 ਦਿਨਾਂ 'ਚ ਤੁਹਾਨੂੰ ਅਰੇਂਜ ਕਹਿੰਦੇ ਨਹੀਂ ਜੀ ਸਾਡਾ ਤਾਂ ਪਾਣੀ ਬੰਦ ਹੋ ਜਾਏਗਾ। ਅਤੇ ਦੂਸਰੇ ਦਿਨ ਜਾ ਕੇ ਉਹਨਾਂ ਨੇ ਬਿਜਲੀ ਦੀਆਂ ਮੋਟਰਾਂ ਠੀਕ ਕਰਾਤੀਆਂ ਅਤੇ ਮੇਰਾ ਆਪਣਾ ਕਨੈਕਸ਼ਨ ਕੱਟ ਗਿਆ। ਉਹਨਾਂ ਨੂੰ ਚਾਨਣੇ 'ਚ ਕਰਕੇ ਮੈਂ ਹਨੇਰੇ 'ਚ ਰਿਹਾ, ਅਤੇ ਉਸ ਦਾ ਕੋਈ ਗਮ ਨਹੀਂ, ਕਿਉਂਕਿ ਮੈਂ ਜੋ ਚਾਨਣਾ ਦਿਖਾਉਣ ਦਾ ਆਪਣਾ ਬੀੜਾ ਚੁੱਕਿਆ, ਉਹਨਾਂ ਨੂੰ ਚਾਨਣਾ ਦਿਖਾਤਾ। बेटी तेजिंदर साडे नाल ने ते उन्हां दे बेटे जतिंदर भी साडे नाल ने। जदों इन्हां गलबात कर रहे सी, दस्सिया प्रेम जी ने कि उन्हां दी पत्नी नूं जदों ओह बीमार होए, 2 महीने बीमार रहे, ते जदों लोन लैण वास्ते जतिंदर बैंक दे विच गए तो पता चलिया कि प्रेम सिंह जी ने पहला तो लोन लिया होया है, वो भी लेप्रोसी पेशेंट्स दे इलाज दे लई। ਤੁਹਾਡੀ पत्नी का देहांत भी कहते इस कारण हो गया कि सब ने छड़ दिता सी, ਤੁਹਾਡਾ साथ बहुत सारे लोगों ने छड्डिया, ਤੁਹਾਡੇ रिश्तेदारां ने छड़ दिता कि तुसी कुछ रोगियां दा इलाज करो। कुष्ठ रोग स्पर्श नाल नहीं हुंदा, ये सिर्फ सलाइवा द्वारा फैलदा। ਤੇ ਅਸੀਂ ਵੀ ਇਹੀ ਮਾਸ ਐਜੂਕੇਸ਼ਨ ਕਰ ਰਹੇ ਹਾਂ ਪੰਚਾਇਤ ਦੀ ਮਦਦ ਨਾਲ।
म्यूनसिपल कारपोरेशन की मदद नाल कि कुष्ठ रोग जो एक बीमारी है, ये जीवाणु रोग है, एक जीवाणु द्वारा फैलता है। वो जीवाणु एक्टिव हो जाता है जेकर मल्टी ड्रग थेरेपी की एक डोज भी ले ली जाए तो वो जीवाणु नुकसान नहीं कर सकता। बीमारी तो बाद ठीक होएगी, उसका 1 साल उसका अपना वो है, तो एक साल या 6 महीने को 1 साल कोई 2 साल इस तरह नाल ठीक होंगी है। ते मेरी बेटी और बेटा दोनों अर्ली इंटरवेंशन लोगों को डोर टू डोर कन्वेंसिंग और सैमीनार्स इस तरह इन्होंने करके और प्रोसैशनस और पंचायतों नाल ये सारा काम जो ये करते हैं तो वो जेकर पहला ही पता लगा दिता जाए, क्योंकि लोग डरते हैं, वो बाहर नहीं आना चाहते। जेकर पता लगा कुष्ठ रोग हो गया तो कुष्ठ रोग दे नाल उन्होंने दा वह शिकार हो जाता है, ब्याह खत्म हो जाते हैं, उन्होंने कढ़ दिता जाता है, इसलिए वो दसते नहीं। पर असी इसे चीज़ नूं, इसे धारणा नूं खत्म करना चाहते हैं। ये धारणा ये बनाई है कि कुष्ठ रोगी अपने घर नूं देख सकता, अपने घर नहीं जा सकता, पर साडा ये पक्का वादा असीं उन्होंने घर पहुँचा के छड्डांगे। ਤੁਸੀਂ ਜੇ बदलਣ ਦੀ ਗੱਲ ਕਰੋ ਤਾਂ ਸ਼ਾਇਦ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਨਹੀਂ बदल पाए ना। तो रिश्तेदार तो इस तरह है, रिश्तेदार ने सानू आइसोलेट कर दिता तो साढ़े फंक्शन च नहीं आने लगे। मेरे अपने भैन भरा ने अपने ब्याह च सानू किसी ने नहीं बुलाया, जब मैं अपने हत्थों नाल पाले सी, अपने बड़े करके पढ़ाए सी, उन्होंने किसी ब्याह सानू नहीं बुलाया। मेरी वाइफ ये कल्ली रह गई सी पिछे, तो कल्ली वो आइसोलेट होंदी गई उसके आइसोलेट होके फिर बीमार हो गई वो, क्योंकि साडा कोई भी नहीं है, कोई उसके भैन भरावां ने भी, साडे भैन भरावां ने भी, बाकी सोसाइटी ने भी, दोस्त रिश्तेदार, ज़्यादा नहीं तो 10,000 बंदे का मैं PGI वगैरह हस्पतालों च इलाज करा चुके हैं। जो उसके संस्कार से बस थोड़े जे बंदे सी, कोई बंदा भोग ते कोई बंदे आए ही नहीं। असी घर दे बंदे सी, घर आ गए तो घर मैनू जदों मैं उसनू डैथ देखी मैनू स्ट्रोक हो गया उसी टाइम। तो ये लड़कियां बेचारियां इधर उधर बैठ के अपना वक्त पूरा कर दिया सी, किसी ने साडा 1 घंटा भी नहीं कटाया। उसके बाद जदों भोग दा फंक्शन हो गया, सब लोग डिस्टरबेंस कर रहे सी ताकि इस तरह डिस्टरबेंस हो जाए ये राइज ना करन। पर राइज नूं कौन रोक सकता है? चलती हुई हवा के रुख नूं कौन रोक सकता है? महाराज की कृपा, गुरु महाराज की। ये देखो मैं तो कदे इदा बहुत ही सोचा, मैं तो अप्लाई करता सी बस, तो ਉਹਦੇ ਵਿੱਚ मैं 4 ਲੱਖ ਬੰਦੇ ਦੇ ਵਿੱਚੋਂ 4 ਲੱਖ ਬੰਦੇ ਐਪਲੀਕੇਸ਼ਨਸ ਆਈਆਂ ਸੀ, ਜਦੋਂ ਅਸੀਂ 113 ਆਦਮੀ ਸਿਲੈਕਟ ਹੋਏ ਹਾਂ। ਤੇ ਪੰਜਾਬ ਦੇ ਵਿੱਚ 10 ਸੋਸ਼ਲ ਵਰਕਰਸ ਨੂੰ ਇਹ ਸੋਸ਼ਲ ਵਰਕ ਦੇ ਵਿੱਚ 10 ਪਰਸਨੈਲਿਟੀਜ਼ ਨੂੰ ਇਹ ਮਿਲ ਚੁੱਕੇ ਆ ਤੇ ਉਹਨਾਂ ਵਿੱਚੋਂ 10 ਦੇ ਵਿੱਚੋਂ ਇਹ ਇੱਕ ਨੇ। ਜਦੋਂ ਤੁਸੀਂ ਦੱਸ ਰਹੇ ਹੋ ਆਪਣੀ ਪਤਨੀ ਬਾਰੇ ਜਿਹੜਾ ਉਹ ਇਨਸੀਡੈਂਟ ਹੋਇਆ, ਤੁਹਾਨੂੰ ਉਦੋਂ ਦੁੱਖ ਨਹੀਂ ਪਹੁੰਚਿਆ ਕਿ ਇੰਨੀ ਸੇਵਾ ਕਰਨ ਤੋਂ ਬਾਅਦ ਵੀ ਜਦੋਂ ਮੇਰੀ ਪਤਨੀ ਨਹੀਂ ਰਹੀ ਤਾਂ ਉੱਥੇ ਉਦੋਂ ਕੋਈ ਨਹੀਂ ਆਇਆ? ਬਹੁਤ ਦੁੱਖ ਹੋਇਆ ਸੀ, ਕਿਉਂਕਿ ਜਦੋਂ ਜਿਉਂਦੀ ਸੀ ਉਹ ਡਰਦੀ ਨਹੀਂ ਸੀ, ਉਹ ਚਾਹੁੰਦੀ ਸੀ ਵੀ ਇਹ ਕੰਮ ਕਰੇ, ਕੁਸ਼ਟ ਰੋਗੀਆਂ ਲਈ ਕੰਮ ਕਰੋ, ਬਾਕੀ ਤੁਹਾਨੂੰ ਕੋਈ ਕਰਨ ਦੀ ਲੋੜ ਨਹੀਂ, ਪਿਛਲਾ ਕੰਮ ਮੈਂ ਕਰ ਲੂੰਗੀ। ਪਰ ਨਾਲ ਦੀਆਂ ਲੇਡੀਜ਼ ਨੂੰ ਕਹਿ ਦਿੰਦੀਆਂ ਸੀ ਤੇਰਾ ਘਰ ਵਾਲਾ ਕਿੱਥੇ ਗਿਆ, ਤੇ ਉਹ ਕਹਿੰਦੀ ਸੀ ਉਹ ਕੁਸ਼ਟ ਰੋਗੀਆਂ ਕੁੜੀਆਂ ਕੋਲ ਗਿਆ ਹੋਇਆ ਤੇ ਉਹਨਾਂ ਦਾ ਕੰਮ ਕਰਦਾ, ਉਹ ਵਿਹਲਾ ਹੈ ਨਾ ਤਾਂ ਜਾਂਦਾ। ਤੇ ਫਿਰ ਉਹਨੂੰ ਕਹਿਣ ਲੱਗੇ ਸੀ ਬਈ ਤੂੰ ਉਹਨੂੰ ਰੋਕ ਨਹੀਂ ਸਕਦੀ। ਤੇ ਕੁਛ ਰੋਗੀਆਂ ਦੇ ਕੋਲ ਜਾ ਕੇ ਜਿਹਨੂੰ ਕੁਸ਼ਟ ਰੋਗ ਹੋ ਗਿਆ ਉਹ ਕਹਿੰਦੀ ਬਿਲਕੁਲ ਨਹੀਂ ਹੁੰਦਾ ਹੈਗਾ, ਇਹ ਤੁਹਾਨੂੰ ਭੁਲੇਖਾ, ਇਹ ਕੋਡ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ, ਸਪਰਸ਼ ਨਾਲ ਨਹੀਂ ਹੁੰਦਾ, ਉਹ ਠੀਕ ਹੋ ਚੁੱਕੇ ਉਹਨਾਂ ਠੀਕ ਕਰਵਾਤੇ। ਜਦੋਂ MDT ਦਵਾਈ ਦਿੱਤੀ ਜਾਂਦੀ ਹੈ ਨਾ ਤੇ ਉਸ ਤੋਂ ਬਾਅਦ ਇਨਫੈਕਸ਼ੀਅਸ ਨਹੀਂ ਰਹੇਗੀ। ਜਦੋਂ MDT ਦਵਾਈ ਦਿੱਤੀ ਨਰਵ ਡੈਮੇਜ ਨਹੀਂ ਹੋਏਗੀ, ਉਹਦਾ ਅੱਖ ਦਾ ਨੁਕਸਾਨ ਨਹੀਂ ਹੋਏਗਾ, ਉਹਦੀ ਸਕਿਨ ਦਾ ਨੁਕਸਾਨ ਨਹੀਂ ਹੋਏਗਾ। ਜਿਸ ਤਰ੍ਹਾਂ ਇਹ ਦੱਸ ਰਹੇ ਨੇ ਕਿ ਲੋਕ ਕਹਿੰਦੇ ਸੀਗੇ ਜਾਂ ਜਿਹੜੇ ਮੈਨੇ ਮਾਰਦੇ ਸੀਗੇ ਤੁਹਾਡੀ ਵਾਈਫ ਨੂੰ ਕਿ ਕੁਝ ਨਹੀਂ ਕਰਦੇ, ਤੁਹਾਨੂੰ ਦੱਸ ਦਈਏ ਕਿ ਆਡਿਟ ਆਫਿਸਰ ਰਹੇ ਨੇ 5 ਵਜੇ ਤੱਕ ਆਪਣੀ ਡਿਊਟੀ ਕਰਕੇ, ਜਿੱਥੇ ਜਿੱਥੇ ਵੀ ਆਡਿਟ ਲਈ ਜਾਂਦੇ ਸੀਗੇ 5 ਵਜੇ ਤੱਕ ਆਪਣੀ ਡਿਊਟੀ ਕਰਨ ਤੋਂ ਬਾਅਦ ਇਹ ਜਿਹੜਾ ਵੀ ਨੇੜੇ ਦਾ ਸੈਂਟਰ ਹੁੰਦਾ ਸੀਗਾ ਕੁਛ ਰੋਗੀਆਂ ਦਾ, ਉੱਥੇ ਜਾਂਦੇ ਸੀਗੇ, ਉੱਥੇ ਜਾ ਕੇ ਸੇਵਾ ਕਰਦੇ ਸੀ ਤੇ ਉੱਥੇ ਦੇ ਹਾਲਾਤ ਦੇਖਦੇ ਸੀ। ਤਾਂ ਕਹਿ ਸਕਦੇ ਕਿ ਲੋਕ ਕਹਿੰਦੇ ਕਿ ਸਰਕਾਰੀ ਨੌਕਰੀ ਦੇ ਨਾਲ ਕੁਝ ਨਹੀਂ ਕੀਤਾ ਜਾ ਸਕਦਾ, ਇਹ ਬਹੁਤ ਵੱਡੀ ਐਗਜ਼ਾਮਪਲ ਨੇ। ਇਹੀ ਕਾਰਨ ਹੈ ਕਿ ਇੰਨੇ ਵੱਡੇ ਅਵਾਰਡ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ। ਪਰ ਇਹ ਪਹਿਲਾ ਅਵਾਰਡ ਨਹੀਂ ਹੈ ਪਦਮ ਸ਼੍ਰੀ ਜਿਹੜਾ ਮਿਲਿਆ ਹੈ ਪ੍ਰੇਮ ਸਿੰਘ ਜੀ ਨੂੰ, ਇਸ ਤੋਂ ਪਹਿਲਾਂ ਨੈਸ਼ਨਲ ਅਵਾਰਡ ਜਿਹੜੇ ਮਿਲ ਚੁੱਕੇ ਹਨ। ਫਿਲਹਾਲ ਇੱਕ ਵਾਰ ਜ਼ਰੂਰ ਪ੍ਰੇਮ ਸਿੰਘ ਜੀ ਤੋਂ ਜਾਣ ਲੈਂਦੇ ਹਾਂ, ਕਿਉਂਕਿ ਜਦੋਂ ਅਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਬਹੁਤ ਸਾਰੇ ਅਵਾਰਡ ਜਿਹੜੇ ਆ ਉਹ ਇਹਨਾਂ ਨੂੰ ਮਿਲੇ ਹੋਏ ਨੇ। ਪ੍ਰੇਮ ਸਿੰਘ ਜੀ ਹੁਣ ਤੱਕ ਕਿਹੜੇ ਕਿਹੜੇ ਅਵਾਰਡ ਜਿਹੜੇ ਆ ਉਹ ਮਿਲ ਚੁੱਕੇ ਨੇ ਤੁਹਾਨੂੰ ਤੇ ਕਿਸ ਕਿਸ ਤੋਂ? 2001 ਦੇ ਵਿੱਚ ਸਟੇਟ ਅਵਾਰਡ ਫॉर ਦ ਵੈਲਫੇਅਰ ਆਫ ਲੈਪਰੋਸੀ ਪੇਸ਼ੈਂਟਸ ਮਿਲਿਆ ਜੀ। ਉਸ ਤੋਂ ਬਾਅਦ 2002 ਦੇ ਵਿੱਚ ਨੈਸ਼ਨਲ ਅਵਾਰਡ ਫॉर ਦ ਡਿਸੇਬਲਡ ਪਰਸਨ ਲੈਪਰੋਸੀ ਕਿਉਰਡ ਫੀਲਡ ਹਾਊਸ ਦਾ ਜੀ ਅਬਦੁਲ ਕਲਾਮ ਜੀ ਉਸ ਵੇਲੇ ਪ੍ਰੈਜ਼ੀਡੈਂਟ ਸੀਗੇ, ਉਹਨਾਂ ਤੋਂ ਇਹ ਅਵਾਰਡ ਜਿਹੜਾ ਮਿਲਿਆ ਹੋਇਆ ਜੀ।
तो उस तो बाद फिर एक स्टार न्यूज़ ने एक ਜਾਂਵਾਜ਼ ਦੇ ਵਿੱਚ ਮੇਰੀ ਡਾਕੂਮੈਂਟਰੀ ਲਈ ਡਾਕੂਮੈਂਟਰੀ ਲੱਗੀ। ਉਸ ਤੋਂ ਬਾਅਦ ਫਿਰ ਮੈਨੂੰ ਰੈੱਡ ਐਂਡ ਵਾਈਟ ਬਰੇਵਰੀ ਅਵਾਰਡ ਮਿਲਿਆ। ਉਹ ਰੈੱਡ ਐਂਡ ਵਾਈਟ ਬਰੇਵਰੀ ਅਵਾਰਡ ਉੱਧਰ ਹੈ ਉੱਪਰ ਗਵਰਨਰ ਸਾਹਿਬ ਨੇ ਦਿੱਤਾ ਸੀ, ਗਵਰਨਰ ਸਾਹਿਬ ਨੇ ਦਿੱਤਾ ਸੀ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਹੋਰ ਬਹੁਤ ਬੜੀ ਸੰਸਥਾ ਤੋਂ ਇਹ ਜਦੋਂ ਮੈਂ ਨੈਸ਼ਨਲ ਅਵਾਰਡ ਮਿਲਿਆ ਸੀ ਅਤੇ ਆਪਣਾ ਹੈਲਥ ਮਿਨਿਸਟਰ ਸਾਹਿਬ ਨੇ ਸਿੱਧੂ ਸਾਹਿਬ ਨੇ ਇਹਨਾਂ ਨੂੰ ਓਨਰ ਕੀਤਾ ਸੀ ਉਸ ਟਾਈਮ ਦੇ ਵਿੱਚ। ਯਾਨੀ ਕਿ ਸਟੇਟ ਅਵਾਰਡ ਪਾ ਕੇ ਉਸ ਤੋਂ ਬਾਅਦ ਨੈਸ਼ਨਲ ਅਵਾਰਡ ਪਾ ਕੇ ਉਸ ਤੋਂ ਬਾਅਦ ਇਹ ਪਦਮ ਸ਼੍ਰੀ ਜਿਹੜਾ ਹੈ ਉਹਨਾਂ ਨੂੰ ਮਿਲਿਆ। ਹੁਣ ਤੇਜਿੰਦਰ ਤੇ ਜਤਿੰਦਰ ਨਾਲ ਜ਼ਰੂਰ ਗੱਲ ਕਰ ਲੈਂਦੇ ਹਾਂ ਕਿ ਹੋਰ ਸੀ ਹਾਂਜੀ ਮੈਂ 3 ਵਾਰ ਨੋਬਲ ਪ੍ਰਾਈਜ਼ ਲਈ ਨੋਮੀਨੇਟ ਹੋਇਆ, ਇਸ ਵਾਰ ਵੀ ਨੋਮੀਨੇਟਡ ਹੈ। ਬਹੁਤ ਵਧੀਆ ਕਹਿ ਰਹੇ ਕਿ ਪਿਛਲੀ ਵਾਰ ਵੀ ਤੁਸੀਂ ਸੈਕਿੰਡ ਨੰਬਰ ਤੇ ਰਹਿ ਗਏ ਸੀ। ਫਿਰ 2021 ਚ ਹੋਇਆ, ਫਿਰ 2022 ਦੇ ਵਿੱਚ ਨੋਮੀਨੇਸ਼ਨ ਨੋਬਲ ਪ੍ਰਾਈਜ਼ ਮਿਲਦਾ ਤਾਂ ਇੱਕੋ ਨੋਮੀਨੇਟ ਹੋਣਾ ਵੀ ਉਸ ਦੇ ਵਿੱਚ। ਅਤੇ ਅਸੀਂ ਇੱਕ ਪ੍ਰੋਜੈਕਟ ਲਗਾਇਆ ਸੀ, ਪ੍ਰੋਜੈਕਟ ਦੇ ਵਿੱਚ ਉਹ ਸੀ ਉਹ ਬ੍ਰਿਟਿਸ਼ ਮੈਡੀਕਲ ਜਰਨਲ ਅਵਾਰਡ ਹੈ, ਉਹ ਸਾਊਥ ਏਸ਼ੀਆ ਦਾ 9 ਦੇਸ਼ ਆਏ ਸੀ, 9 ਦੇਸ਼ਾਂ ਤੋਂ ਵਰਕਰ ਆਏ ਸੀ ਅਤੇ ਉਹਨਾਂ ਨੇ ਸਾਨੂੰ ਅਲਾਓ ਕਰਤਾ, ਅਸੀਂ ਅਪਲਾਈ ਕਰ ਦਿੱਤਾ ਅਤੇ ਅਸੀਂ ਉਹਦੇ 'ਚ ਨੋਮੀਨੇਟ ਹੋ ਗਏ। ਨੋਮੀ ਹੋਣ ਤੋਂ ਬਾਅਦ ਹੀ ਸੈਮੀਫਾਈਨਲ ਤੱਕ ਗਏ ਅਤੇ ਸੈਮੀਫਾਈਨਲਿਸਟ ਰਹੇ ਹੋ। ਦੈਟ ਇਜ਼ ਦ ਆਸਕਰ ਆਫ ਮੈਡੀਸਿਨਸ ਅਤੇ ਆਸਕਰ ਆਫ ਮੈਡੀਸਿਨ ਦੇ ਵਿੱਚ ਸਾਨੂੰ ਉਦੋਂ ਸਿਲੈਕਟ ਕੀਤਾ ਉਹਨਾਂ। ਇਹ ਵੀ ਇੱਕ ਆਪਣੇ ਦੇਸ਼ ਨੂੰ ਅਸੀਂ ਰਿਪਰੈਜ਼ੈਂਟ ਕੀਤਾ, ਬਹੁਤ ਸਾਨੂੰ ਖੁਸ਼ੀ ਹੋਈ। ਬਿਲਕੁਲ, ਕਿਉਂਕਿ ਸਾਡੇ ਨਾਲ ਤੇਜਿੰਦਰ ਤੇ ਜਤਿੰਦਰ ਜਿਸ ਤਰ੍ਹਾਂ ਦੱਸ ਰਹੇ ਸੀ, ਇਹ ਦੋਵੇਂ ਵੀ ਇਸੇ ਦੇ ਵਿੱਚ ਆਪਣੇ ਪਿਤਾ ਜੀ ਦੀ ਬਹੁਤ ਮਦਦ ਕਰ ਰਹੇ ਨੇ। ਤੇਜਿੰਦਰ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਬੀੜਾ ਚੁੱਕਿਆ ਹੈ ਕਿ ਇਹਨਾਂ ਨੇ ਲੈਪਰੋਸੀ ਨੂੰ ਪੂਰੀ ਤਰ੍ਹਾਂ ਐਲੀਮੀਨੇਟ ਕਰਨਾ ਹੈ, ਉਸ ਦੇ ਲਈ ਇਹ ਕੰਮ ਕਰ ਰਹੇ ਨੇ। ਪਬਲਿਕ ਹੈਲਥ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਸਟੱਡੀਜ਼ ਕੀਤੀ ਹੈ। ਤੇਜਿੰਦਰ, ਜਿਹੜੇ ਕੁਝ ਤਾਂ ਪੇਸ਼ੈਂਟ ਜਿਹੜੇ ਨੇ ਉਹ ਦਿਖ ਜਾਂਦੇ ਨੇ, ਟੋਟਲ ਕਿੰਨੇ ਪੇਸ਼ੈਂਟਸ ਹੋਣਗੇ? ਐਕਚੁਅਲੀ ਜਿਹੜਾ ਐਲੀਮੀਨੇਸ਼ਨ ਆਫ ਲੈਪਰੋਸੀ ਹੈ ਉਹ ਜਦੋਂ ਤੱਕ ਪੇਸ਼ੈਂਟ ਸਾਹਮਣੇ ਨਹੀਂ ਆਏਗਾ ਉਦੋਂ ਤੱਕ ਇਹਦਾ ਪੂਰਾ ਡੇਟਾ ਨਹੀਂ ਪਤਾ ਚੱਲਦਾ। ਅਤੇ ਜਦੋਂ ਕਿਸੇ ਚੀਜ਼ ਦੇ ਕਿਸੇ ਵੀ ਬਿਮਾਰੀ ਦੇ ਨਾਲ ਸਟਿਗਮਾ ਅਟੈਚ ਹੋ ਜਾਂਦਾ ਹੈ ਤਾਂ ਫਿਰ ਪੇਸ਼ੈਂਟ ਸਾਹਮਣੇ ਨਹੀਂ ਆਉਂਦੇ ਹਨ, ਕਿਉਂਕਿ ਇਹ ਇੱਕ ਇੱਦਾਂ ਦਾ ਰੋਗ ਹੈ ਕਿ ਪੁਰਾਣੇ ਟਾਈਮ ਤੋਂ ਹੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਨੂੰ ਵੀ ਕੋਡ ਹੋ ਜਾਵੇ ਤਾਂ ਫਿਰ ਉਹ ਕਿਸੇ ਨੂੰ ਦੱਸਦੇ ਨਹੀਂ ਹੈ, ਕਿਉਂਕਿ ਉਹਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ। ਅਤੇ ਇਸੀ ਵਜ੍ਹਾ ਨਾਲ ਸਾਡੇ ਸਾਹਮਣੇ ਡੇਟਾ ਪੂਰਾ ਨਹੀਂ ਆ ਪਾਉਂਦਾ। ਮੇਰੇ ਫਾਦਰ ਨੇ ਇੱਦਾਂ ਹੀ ਸਾਡੇ ਉੱਥੇ ਧੋਬੀ ਸੀਗਾ ਅਤੇ ਉਹਨੂੰ ਇੱਦਾਂ ਸਕਿਨ 'ਤੇ ਪੈਚਿਸ ਹੋ ਗਏ ਸੀ ਅਤੇ ਉਹਨੇ ਪਾਪਾ ਨੂੰ ਪੁੱਛਿਆ ਅਤੇ ਉਹਨੇ ਇਹ ਕਿਹਾ ਕਿ ਮੇਰੀ ਪਤਨੀ ਨੂੰ ਨਾ ਦੱਸਿਓ ਕਿ ਮੈਨੂੰ ਲੈਪਰੋਸੀ ਹੈ। ਅਤੇ ਪਾਪਾ ਨੇ ਜਸਟ ਉਹਨੂੰ ਇੱਦਾਂ ਹੀ ਚੈੱਕ ਕਰਾਇਆ ਬਾਰ ਦੀ ਬਾਰ ਅਤੇ ਅਸੀਂ ਉਹਨੂੰ ਸਾਰੀ MDT ਦੀ ਡੋਜ਼ਿਸ ਪੂਰੀ ਕਰਵਾਈ ਅਤੇ ਹੀ ਇਜ਼ ਨਾਓ ਆਲ ਰਾਈਟ। ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀਗਾ ਕਿ ਕੁਛ ਰੋਗ ਠੀਕ ਹੋ ਜਾਂਦਾ ਹੈ ਪਰ ਜਿਹੜਾ ਸਟਿਗਮਾ ਹੈ ਉਹ ਨਾਲ ਰਹਿੰਦਾ ਹੈ ਕਾਫੀ ਟਾਈਮ। ਬਿਲਕੁਲ। ਸਾਡੇ ਨਾਲ ਜਤਿੰਦਰ ਵੀ ਨੇ। ਜਤਿੰਦਰ, ਤੁਸੀਂ ਕਿਉਂਕਿ ਜਾਗਰੂਕ ਕਰਨ ਦਾ ਜਿਹੜਾ ਹੈ ਉਹ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਇਹ ਅਜਿਹਾ ਰੋਗ ਹੈ ਜਿਸ ਦਾ ਇਲਾਜ ਹੈ। ਮੈਮ ਐਸਾ ਕਿ ਅਸੀਂ ਅਲੱਗ-ਅਲੱਗ ਕਲੋਨੀਜ਼ ਦੇ ਵਿੱਚ ਜਾਂਦੇ ਹਾਂ, ਅਲੱਗ-ਅਲੱਗ ਪੰਚਾਇਤਾਂ ਵਿੱਚ ਜਾਂਦੇ ਹਾਂ, ਅਲੱਗ-ਅਲੱਗ ਟੂਰਨਾਮੈਂਟ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਹਾਂ ਕਿ ਇਹ ਜਿਹੜੀ ਬਿਮਾਰੀ ਹੈ ਇਹਦਾ ਇਲਾਜ ਹੋ ਸਕਦਾ ਹੈ, ਇਹ ਕੋਈ ਛੂਤ-ਛਾਤ ਦੀ ਬਿਮਾਰੀ ਨਹੀਂ ਹੈ। 332 ਲੋਕਾਂ ਨੂੰ ਕੁਛ ਰੋਗ ਸੀਗਾ ਮੋਹਾਲੀ ਦੇ ਵਿੱਚ, ਤਾਂ ਇਸ ਤੋਂ ਅਸੀਂ ਜਾਗਰੂਕ ਹੋ ਕੇ ਜਦ ਸਾਨੂੰ ਇਹ ਦੇਖਿਆ ਕਿ ਉਹਨਾਂ ਨੂੰ ਸਭ ਨੂੰ ਮੈਡੀਸਿਨਸ ਦਿੱਤੀਆਂ, ਅਸੀਂ ਉਹਨਾਂ ਦਾ ਇਲਾਜ ਕਰਵਾਇਆ। ਫਿਰ ਅਸੀਂ ਇਹੀ ਟੇਕਅਪ ਕਰਦੇ ਜਿਵੇਂ ਅਸੀਂ ਰੋਪੜ ਸ਼ੁਰੂ ਕਰ ਦਿੱਤਾ, ਫਿਰ ਅੱਗੇ ਵੱਧਦੇ ਮਤਲਬ ਮੈਂ ਇਹੀ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਕੀ ਹੋ ਗਿਆ, ਬਹੁਤ ਜ਼ਿਆਦਾ ਅਵੇਅਰਨੈਸ ਹੋਈ। ਮੈਮ ਤੁਸੀਂ ਤੁਹਾਨੂੰ ਦੱਸਿਏ ਕਿ ਇਹਨਾਂ ਦਾ ਪੂਰਾ ਪਰਿਵਾਰ ਕੋਸ਼ਿਸ਼ ਕਰ ਰਿਹਾ ਕਿ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਜਿਹੜੇ ਨੇ ਉਹ ਕੁਸ਼ਟ ਰੋਗੀਆਂ ਲਈ ਸ਼ੁਰੂ ਕੀਤੇ ਜਾਣ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜੇ ਹੋ ਜਾਣ। ਇਸ ਨੂੰ ਲੈ ਕੇ ਵੀ ਪ੍ਰੇਮ ਸਿੰਘ ਜੀ ਤੁਸੀਂ ਕੰਮ ਕਰ ਰਹੇ ਹੋ। ਅਸੀਂ ਉਹਨਾਂ ਦੇ ਜੋ ਬੱਚੇ ਹੈ ਉਹਨਾਂ ਨੂੰ ਕਿਹਾ ਕਿ ਸਕਿੱਲ ਡਿਵੈਲਪਮੈਂਟ ਦੇ ਕੋਰਸਿਸ ਕਰਨ, ਫੈਸ਼ਨ ਡਿਜ਼ਾਈਨਿੰਗ ਉਹ ਕਰਨਾ ਸ਼ੁਰੂ ਕਰਤਾ ਲੜਕੀਆਂ ਨੇ, ਕੰਪਿਊਟਰ ਐਜੂਕੇਸ਼ਨ ਐਂਡ ਨਰਸਿੰਗ, ਇਸ ਤਰ੍ਹਾਂ ਦੇ ਕੋਰਸਿਸ ਲਈ ਉਹਨਾਂ ਨੂੰ ਅਸੀਂ ਕਿਹਾ। ਅਤੇ ਹੋਰ ਕਈ ਤਰ੍ਹਾਂ ਦੇ ਹੋਰ ਕੋਰਸਿਸ ਹੈ ਅਤੇ ਉਹ ਕਈ ਲੜਕੀਆਂ ਨੇ ਫੈਸ਼ਨ ਡਿਜ਼ਾਈਨਿੰਗ ਕਰ ਲਈ ਹੈ। ਅਤੇ ਇਸ ਤਰ੍ਹਾਂ ਹੀ ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਛੋਟੇ ਪ੍ਰੋਜੈਕਟ ਹਰੇਕ ਕੁਛ ਟਰਸਟ ਲਾਤੇ ਜਾਣ ਜਿਹਦੇ ਨਾਲ ਉਹਨਾਂ ਦਾ ਗੁਜ਼ਾਰਾ ਚੱਲ ਸਕੇ। ਸਰਕਾਰ ਵੱਲੋਂ ਕਿੰਨੀ ਕੁ ਮਦਦ ਜਿਹੜੀ ਉਹ ਮਿਲ ਪਾਉਂਦੀ ਹੈ ਪ੍ਰੇਮ ਸਿੰਘ ਜੀ? ਸਰਕਾਰ ਵੱਲੋਂ ਸਾਨੂੰ ਅੱਜ ਤੱਕ ਕਦੇ ਵੀ ਕੋਈ ਨਾ ਹੀ ਅਸੀਂ ਮੰਗੀ ਨਾ ਹੀ ਉਹਨਾਂ ਨੇ ਸਾਨੂੰ ਮਿਲੀ ਹੈ। ਅਤੇ ਕਿਉਂਕਿ ਉਹਨਾਂ ਲੈਪਰੋਸੀ ਸਟੇਟ ਲੈਪਰੋਸੀ ਸੁਸਾਇਟੀ ਬਣਾਈ ਹੋਈ ਹੈ, ਉਹਨਾਂ ਨੂੰ ਮਤਲਬ ਸਰਕਾਰ ਦਾ ਇਹ ਧਾਰਨਾ ਹੈ ਵੀ ਇਹ ਲੈਪਰੋਸੀ ਸੁਸਾਇਟੀ ਦੀ ਡਿਊਟੀ ਹੈ ਇਹ ਕਰਨਾ, ਪਰ ਉਹ ਆਪਣੀ ਡਿਊਟੀ ਨਹੀਂ ਨਿਭਾਉਂਦੇ ਕਿਉਂਕਿ ਉਹ ਜੋ ਫੰਡਸ ਆ ਉਹਨਾਂ ਨੂੰ ਚਾਹੀਦਾ, ਕਿਉਂਕਿ ਜੋ ਲੈਪਰੋਸੀ ਸੁਸਾਇਟੀ ਸਟੇਟ ਹੈ ਨਾ, ਜੋ ਉਹਨਾਂ ਦੇ ਫੰਡਸ ਹੈ ਉਹ ਖਰਚ ਦੇਣੇ ਚਾਹੀਦੇ, ਅਗਲੀ ਵਾਰੀ ਤਾਂ ਹੀ ਉਹਨਾਂ ਨੂੰ ਫੰਡਸ ਮਿਲਣਗੇ। ਦੂਜੀ ਗੱਲ ਇਹ ਹੈ ਡਿਟੈਕਟ ਕਰਕੇ ਹਸਪਤਾਲ 'ਚ ਲਿਆਉਣਾ। ਹਸਪਤਾਲ ਦੇ ਵਿੱਚ ਦਵਾਈ ਫ੍ਰੀ ਮਿਲਦੀ ਹੈ। ਐਡਮਿਨਿਸਟ੍ਰੇਸ਼ਨ ਔਰ ਹੈਲਥ ਡਿਪਾਰਟਮੈਂਟ ਇਕੱਠਾ ਕੰਮ ਕਰੇ, ਜਿਸ ਤਰ੍ਹਾਂ ਕਿ
ਨਵਾਂ ਸ਼ਹਿਰ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਸਾਹਿਬ ਸੀ ਕ੍ਰਿਸ਼ਨ ਕੁਮਾਰ ਜੀ, ਤੇ ਕ੍ਰਿਸ਼ਨ ਕੁਮਾਰ ਜੀ ਨੇ ਫੀਮੇਲ ਪੋਰਟੀਸਾਈਡ ਖਤਮ ਕੀਤੀ। ਉਹ ਕਿਸ ਤਰ੍ਹਾਂ ਕੀਤੀ? ਉਹਨਾਂ ਸਾਰੇ ਜੋ ਲੇਡੀਜ਼ ਸੀ ਨਾ ਜਿਨ੍ਹਾਂ ਦੇ ਬੱਚੇ ਦਾ ਜਨਮ ਹੋਣਾ ਸੀ, ਸਭ ਦਾ ਰਿਕਾਰਡ ਰੱਖ ਲਿਆ। ਰਿਕਾਰਡ ਰੱਖ ਕੇ ਉਹਨਾਂ ਨੇ ਉਹ ਹੈਲਥ ਡਿਪਾਰਟਮੈਂਟ ਦੋਨੋਂ ਉਹ ਬਾਰ-ਬਾਰ ਉਸ ਰਿਕਾਰਡ ਦੀ ਚੈਕਿੰਗ ਕਰਦੇ ਸੀ। ਇਸ ਕਰਕੇ ਫੀਮੇਲ ਪੋਰਟੀਸਾਈਡ ਨਵਾਂ ਸ਼ਹਿਰ 'ਚ ਟੋਟਲ ਖਤਮ ਹੋ ਚੁੱਕਾ। ਹੁਣ ਗਵਰਨਮੈਂਟ ਨੇ ਇਹ ਟੇਕ ਅਪ ਕਰ ਲਿਆ, ਕਾਰਡ ਇਸ਼ੂ ਕਰ ਰਹੇ ਹੁਣ। ਉਹ ਕਾਰਡ ਇਸ਼ੂ ਕੋਈ ਕਾਰਡ ਇਸ਼ੂ ਹੋਵੇ, ਇਹ ਕਾਰਡ ਆਪਣਾ ਜਿਹੜੀ ਬਿਮਾਰੀ ਉਹ ਕਾਰਡ ਤੇ ਲਿਖੀ ਹੋਵੇ, ਦਵਾਈ 2 ਸਾਲ ਵੀ ਚੱਲ ਸਕਦੀ, 1 ਸਾਲ ਵੀ ਚੱਲ ਸਕਦੀ। ਅਜੇ ਉਹ ਸਰਕਾਰ ਨੂੰ ਹਾਲੇ ਬਹੁਤ ਕੁਝ ਕਰਨਾ ਪਏਗਾ। ਬਸ ਮੈਂ ਇੱਕ ਸਵਾਲ ਜਿਹੜਾ ਉਹ ਤਜਿੰਦਰ ਤੋਂ ਜ਼ਰੂਰ ਲੈਣਾ। ਤਜਿੰਦਰ, ਕੀ ਲੱਗਦਾ ਤੁਹਾਡੀ ਨਿੱਜੀ ਜ਼ਿੰਦਗੀਆਂ ਇਹਦੇ ਨਾਲ ਕਿੰਨੀਆਂ ਜਿਹੜੀਆਂ ਡਿਸਟਰਬ ਹੁੰਦੀਆਂ ਨੇ? ਐਕਚੁਅਲੀ ਗੱਲ ਇਹ ਹੈ ਕਿ ਲੋਕਾਂ ਨੂੰ ਵੀ ਹਾਲੇ ਤੱਕ ਇਸ ਦੀ ਕੋਈ ਸਮਝ ਨਹੀਂ ਹੈ ਕਿ ਇਹ ਬਿਮਾਰੀ ਛੂਤ ਦੀ ਨਹੀਂ ਹੈ ਤੇ ਇਹ ਇੱਕ ਦੂਜੇ ਤੋਂ ਨਹੀਂ ਹੁੰਦੀ। ਉਹ ਹਲੇ ਵੀ ਬੜੇ ਲੋਕੀ ਬੜੇ ਅਵੇਅਰ ਹੀ ਨਹੀਂ ਹਨ ਤੇ ਉਹ ਸੋਚਦੇ ਹਨ ਕਿ ਇਹਨਾਂ ਨੂੰ ਵੀ ਹੋ ਸਕਦੀ ਹੈ ਤੇ ਇਹਨਾਂ ਤੋਂ ਫਿਰ ਸਾਨੂੰ ਵੀ ਹੋ ਸਕਦੀ ਹੈ, ਬਿਕੋਜ਼ ਸ਼ੁਰੂ ਤੋਂ ਹੀ ਲੋਕੀ ਇਹ ਕਹਿੰਦੇ ਨੇ ਇੱਕ ਦੂਜੇ ਤੋਂ ਫੈਲ ਜਾਂਦੀ ਹੈ। ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਬਿਮਾਰੀ ਸਲਾਈਵਾ ਦੇ ਥਰੂ ਹੁੰਦੀ ਹੈ। ਜਿਵੇਂ ਹੁਣ ਕੋਰੋਨਾ ਸੀਗਾ, ਉਹ ਸਲਾਈਵਾ ਦੇ ਥਰੂ ਹੋ ਜਾਂਦਾ ਸੀਗਾ ਅੱਗੇ, ਤਾਂ ਫਿਰ ਪਰ ਜਿਹੜੀ ਸਾਡੇ ਇਹ ਲੈਪਰੋਸੀ ਦੀ ਬਿਮਾਰੀ ਹੈ ਤਾਂ ਐਮਡੀਟੀ ਨਾਲ ਫੁੱਲੀ ਠੀਕ ਹੋ ਸਕਦੀ ਹੈ ਜਸਟ ਵਿਦ 1 ਡੋਜ਼ ਆਫ ਐਮਡੀਟੀ। ਸੋ ਪੀਪਲ ਆਰ ਨਾਟ ਅਵੇਅਰ ਐਕਚੁਅਲੀ ਬੇਸਿਕਲੀ। ਤੇ ਜੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਨੇ, ਬੜੇ ਦੁੱਖ ਦੀ ਗੱਲ ਹੈ ਕਿ ਉਹਨਾਂ ਨੂੰ ਵੀ ਨਹੀਂ ਪਤਾ ਹਾਲੇ ਤੱਕ ਕਿ ਇਹ ਇੱਕ ਦੂਜੇ ਤੋਂ ਨਹੀਂ ਫੈਲਦੀ। प्रेम सिंह जी ਨੂੰ ਅਸੀਂ ਪੁਰਸਕਾਰ ਤੁਸੀਂ ਜਦੋਂ ਦੱਸ ਰਹੇ ਸੀ ਕਿ ਇੱਕ ਹੋਰ ਮੈਂ ਸਾਹਮਣੇ ਦੇਖ ਪਾ ਰਹੀ ਹਾਂ, वरिष्ठ नागरिकों के लिए ਰਾਸ਼ਟਰੀ ਪੁਰਸਕਾਰ ਯਾਨੀ ਕਿ ਸੀਨੀਅਰ ਸਿਟੀਜ਼ਨ ਦਾ ਜਿਹੜਾ ਨੈਸ਼ਨਲ ਅਵਾਰਡ ਹੈ ਉਹ ਵੀ ਤੁਹਾਨੂੰ ਮਿਲਿਆ। ਸੋਸ਼ਲ ਜਸਟਿਸ ਨਾਲ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਨੇ ਦਿੱਤਾ ਸੀ ਜੀ। ਤਾਂ ਇਹ ਨੈਸ਼ਨਲ ਅਵਾਰਡ ਫॉर द ਸੀਨੀਅਰ ਵੈਲਫੇਅਰ ਆਫ ਸੀਨੀਅਰ ਸਿਟੀਜ਼ਨਸ ਔਨ ਦਾ ਇੰਟਰਨੈਸ਼ਨਲ ਡੇ ਆਫ ਦ ਸੀਨੀਅਰ ਸਿਟੀਜ਼ਨ ਇਹ ਮੈਨੂੰ ਮਿਲਿਆ ਸੀ 2019 ਦੇ ਵਿੱਚ। ਤੇ ਇਹ ਕਰੇਜ ਐਂਡ ਬਰੇਵਰੀ ਦੇ ਵਿੱਚ ਸੀ। ਉਹਨਾਂ ਨੇ ਇਸ ਨੂੰ ਬਿਕੋਜ਼ ਇਹ ਉਸ ਬੰਦੇ ਨੂੰ ਦਿੱਤਾ ਜਾਂਦਾ ਜਿਹੜਾ ਕਿ ਇਨ ਗ੍ਰੇਵ ਡੇਂਜਰ ਕੰਮ ਕਰਦਾ ਤੇ ਇਨ ਗ੍ਰੇਵ ਡੇਂਜਰ ਸਰਕਮਸਟੈਂਸਿਸ ਕੰਮ ਕਰਦਾ ਨਾ, ਉਸ ਨੂੰ ਦਿੱਤਾ ਜਾਂਦਾ। ਅਗਲਾ ਤੁਹਾਡਾ ਟੀਚਾ ਕੀ ਹੈ ਪ੍ਰੇਮ ਸਿੰਘ ਜੀ? ਬਸ ਅਗਲਾ ਟੀਚਾ ਇਹੀ ਹੈ ਕਿ ਅਸੀਂ ਗਵਰਨਮੈਂਟ ਦੀਆਂ ਜੋ ਪਾਲਿਸੀਜ਼ ਹੈ, ਅਸੀਂ ਗਵਰਨਮੈਂਟ ਦੇ ਨਾਲ ਹਾਂ। ਗਵਰਨਮੈਂਟ ਦੀਆਂ ਪਾਲਿਸੀ ਨੂੰ ਅਸੀਂ ਪਾਲਿਸੀ ਬਣਦੀਆਂ ਨਾ ਜੀ, ਪਾਲਿਸੀ ਬਣ ਕੇ ਉਸ ਦੇ ਅੱਗੇ ਐਕਸ਼ਨ ਸ਼ੁਰੂ ਹੋ ਜਾਂਦੇ ਤੇ ਐਕਸ਼ਨ ਉਹ ਕੋਰ ਲੈਵਲ ਆਫ ਦਾ ਸੋਸਾਇਟੀ ਪਹੁੰਚ ਜਾਵੇ ਨਾ। ਜੈਸੇ ਜੋ ਫੰਡਸ ਹੈ, ਵੈਦਰ ਦਾ ਬੈਨੀਫਿਟ ਹੈਜ਼ ਬੀਨ ਅਕਰੂਡ ਬਾਈ ਦਾ ਏਰੀਆ ਔਰ ਕਮਿਊਨਿਟੀ, whether the funds have been utilized for the purpose for which it was designed। ਇਹ 2 ਪੁਆਇੰਟ ਹੈ। ਬਿਲਕੁਲ ਪ੍ਰੇਮ ਸਿੰਘ ਜੀ ਦੇ ਨਾਲ ਜਿੰਨੇ ਵੀ ਗੱਲ ਕਰੋ ਉਹ ਘੱਟ ਹੀ ਲੱਗ ਰਹੀ ਹੈ, ਕਿਉਂਕਿ ਇਹਨਾਂ ਤੋਂ ਸਿੱਖਣ ਵਾਸਤੇ ਬਹੁਤ ਕੁਝ ਹੈ। ਮਿਸਾਲ ਨੇ ਇੱਕ ਬਹੁਤ ਵੱਡੀ, ਕਹਿੰਦੇ ਨੇ ਕਿ ਕੁਝ ਪਾਉਣ ਲਈ ਕੁਝ ਖੋਣਾ ਵੀ ਪੈਂਦਾ ਹੈ, ਪਰ ਕਹਿ ਸਕਦੇ ਹਾਂ ਕਿ ਅੱਜ ਜੇ ਇਹਨਾਂ ਦੇ ਪਦਮ ਸ਼੍ਰੀ ਲੱਗਿਆ ਹੋਇਆ, ਜੇ ਨਵਾਜ਼ਿਆ ਗਿਆ ਇਹਨਾਂ ਨੂੰ ਰਾਸ਼ਟਰਪਤੀ ਵੱਲੋਂ, ਤਾਂ ਇਸ ਦੇ ਲਈ ਇਹਨਾਂ ਨੇ ਬਹੁਤ ਕੁਰਬਾਨੀਆਂ ਵੀ ਜਿਹੜੀਆਂ ਨੇ ਉਹ ਜ਼ਰੂਰ ਦਿੱਤੀਆਂ ਨੇ। ਤੇ ਪ੍ਰੇਮ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਇਸੇ ਤਰ੍ਹਾਂ ਸਮਾਜ ਸੇਵਾ ਹੈ ਜਿਹੜੀ ਉਹ ਕਰਦਾ ਰਹੂੰਗਾ। ਕੈਮਰਾਮੈਨ ਆਸ਼ਵਨੀ ਮਨਹਾਸ ਦੇ ਨਾਲ ਨਿਤਿਕਾ ਮਹੇਸ਼ਵਰੀ ਸੀ, ਮੀਡੀਆ ਖਰੜ, ਮੋਹਾਲੀ।